ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 17 ਅਪ੍ਰੈਲ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਇਹਨਾਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਸਾਊਥ ਅਮਰੀਕਾ ਦੇ ਇੱਕ ਦੇਸ਼ ਇਕਵਾਡੋਰ ਦੇ ਵਿੱਚ ਆਏ ਭੂਚਾਲ ਦੇ ਕਾਰਨ 246 ਲੋਕਾਂ ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਆਏ ਇਸ ਭੂਚਾਲ ਦੇ ਵਿੱਚ 2500 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ ਅਤੇ ਤਕਰੀਬਨ 250 ਲੋਕ ਇਸ ਦੇ ਵਿੱਚ ਮਾਰੇ ਗਏ ਹਨ। ਇਸ ਦੀ ਜਾਣਕਾਰੀ ਇਕਵਾਡੋਰ ਦੇ ਵਾਈਸ ਪ੍ਰੈਜ਼ੀਡੈਂਟ ਜਾਰਜ ਗਲਾਸ ਨੇ ਦਿੱਤੀ। ਸਾਊਥ ਅਮਰੀਕਾ ਦੀ ਵੈਸਟ ਕੋਸਟ ਦੇ ਉੱਤੇ ਸਥਿਤ ਇਕਵਾਡੋਰ ਦੇ ਵਿੱਚ ਅੱਜ 7.8 ਮੈਗਨੀਚਿਊਡ ਦਾ ਭੂਚਾਲ ਆਇਆ, ਜਿਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਹਿਰ ਤਬਾਹ ਹੋ ਗਏ। ਇਕਵਾਡੋਰ ਦੇ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਆਫਿਸ ਨੇ ਦੱਸਿਆ ਹੈ ਕਿ ਸਭ ਤੋਂ ਜ਼ਿਆਦਾ ਝਟਕਾ ਇਕਵਾਡੋਰ ਦੀ ਮੈਨਬੀ ਪ੍ਰੋਵਿੰਸ ਨੂੰ ਲੱਗਿਆ, ਜਿੱਥੇ ਤਕਰੀਬਨ 200 ਲੋਕ ਮਾਰੇ ਗਏ ਹਨ। ਇੱਥੋਂ ਦੀਆਂ ਟੂਰਿਸਟ ਸਿਟੀਜ਼ ਮੈਂਟਾ, ਪੁਰੂਟੋ ਆਦਿ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਇੱਥੇ ਹਰ ਸਾਲ ਕਾਫੀ ਜ਼ਿਆਦਾ ਟੂਰਿਸਟ ਆਉਂਦੇ ਹਨ। ਇਕਵਾਡੋਰ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰਦੇ ਹੋਏ 10,000 ਸੋਲਜਰਸ ਦੀ ਅਤੇ 4600 ਪੁਲਿਸ ਅਫਸਰ ਦੀ ਤੈਨਾਤੀ ਕਰ ਦਿੱਤੀ ਗਈ ਹੈ ਅਤੇ ਇਹ ਸਾਰੀ ਹੀ ਫੋਰਸ ਮਲਬੇ ਦੇ ਹੇਠੋਂ ਜੋ ਲੋਕ ਫਸੇ ਹਨ ਉਹਨਾਂ ਨੂੰ ਕੱਢਣ ਦੇ ਵਿੱਚ ਲੱਗੀ ਹੋਈ ਹੈ। ਆਰਮਡ ਫੋਰਸਿਸ ਨੇ ਮਿਲ ਕੇ ਕਈ ਮੋਬਾਈਲ ਹਸਪੀਟਲਸ ਬਣਾਏ ਹਨ ਅਤੇ ਉੱਥੇ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਭੂਚਾਲ ਦੇ ਨਾਲ ਹੋਏ ਵੱਡੇ ਪੱਧਰ ਦੇ ਉੱਤੇ ਨੁਕਸਾਨ ਦੇ ਕਰਕੇ ਕਈ ਸ਼ਹਿਰਾਂ ਦੇ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਬਿਲਕੁਲ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ, ਜੋ ਇੱਕ ਹੋਰ ਸਮੱਸਿਆ ਪੈਦਾ ਕਰ ਰਹੀ ਹੈ। ਇਕਵਾਡੋਰ ਦੇ ਪ੍ਰੈਜ਼ੀਡੈਂਟ ਰਾਫੇਲ ਕੋਰੇਆ ਆਪਣੇ ਰੋਮ ਦੇ ਦੌਰੇ ਨੂੰ ਕੈਂਸਲ ਕਰਕੇ ਇਕਵਾਡੋਰ ਵਾਪਸ ਆ ਰਹੇ ਹਨ। ਇਕਵਾਡੋਰ ਦੇ ਵਿੱਚ ਐਮਰਜੈਂਸੀ ਹਾਲਤ ਨੂੰ ਦੇਖਦੇ ਹੋਏ ਉੱਥੋਂ ਦੀ ਨੈਸ਼ਨਲ ਸੌਕਰ ਫੈਡਰੇਸ਼ਨ ਨੇ ਅੱਗੇ ਆਉਣ ਵਾਲੀਆਂ ਸਾਰੀਆਂ ਚੈਂਪੀਅਨਸ਼ਿਪ ਰੱਦ ਕਰ ਦਿੱਤੀਆਂ ਹਨ ਅਤੇ ਇਕਵਾਡੋਰ ਦੇ ਮੋਬਾਈਲ ਆਪਰੇਟਰਸ ਨੇ ਵੀ ਆਪਣੇ ਕਸਟਮਰਸ ਨੂੰ ਫ੍ਰੀ ਟੈਕਸਟ ਮੈਸੇजेस ਉਪਲਬਧ ਕਰਵਾਏ ਹਨ, ਜਿਨ੍ਹਾਂ ਦੇ ਨਾਲ ਉਹ ਆਪਣੇ ਸਕੇ ਸੰਬੰਧੀਆਂ ਨੂੰ ਮੈਸੇਜ ਕਰ ਸਕਦੇ ਹਨ। 1987 ਤੋਂ ਬਾਅਦ ਇਹ ਇਕਵਾਡੋਰ ਦੇ ਵਿੱਚ ਸਭ ਤੋਂ ਭਿਅੰਕਰ ਭੂਚਾਲ ਆਇਆ ਹੈ ਤੇ 1987 ਦੇ ਵਿੱਚ ਆਏ ਉਸ ਭੂਚਾਲ ਦੇ ਵਿੱਚ ਤਕਰੀਬਨ 1000 ਲੋਕ ਮਾਰੇ ਗਏ ਸਨ। 19 ਅਪ੍ਰੈਲ ਨੂੰ ਨਿਊਯਾਰਕ ਦੇ ਵਿੱਚ ਹੋਣ ਜਾ ਰਹੀਆਂ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀ ਦੀਆਂ ਪ੍ਰਾਇਮਰੀਜ਼ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਹਿਲਰੀ ਕਲਿੰਟਨ ਅਤੇ ਰਿਪਬਲਿਕਨ ਪਾਰਟੀ ਦੇ ਵੱਲੋਂ ਡੋਨਲਡ ਟਰੰਪ ਲੀਡ ਕਰ ਰਹੇ ਹਨ। ਪੋਲਿੰਗ ਸਰਵੇ ਦੇ ਵਿੱਚ ਆਏ ਇਹਨਾਂ ਆંકੜਿਆਂ ਤੋਂ ਪਤਾ ਲੱਗਦਾ ਹੈ ਕਿ ਰਿਪਬਲਿਕਨ ਪਾਰਟੀ ਦੇ ਵਿੱਚ ਡੋਨਲਡ ਟਰੰਪ ਜੋ ਕਿ 54% ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ ਅਤੇ ਦੂਸਰੇ ਨੰਬਰ ਤੇ ਜੌਨ ਕੈਸੀਅਕ 25% ਦੇ ਨਾਲ ਚੱਲ ਰਹੇ ਹਨ ਅਤੇ ਟੈਡ ਕਰੂਜ਼ ਤੀਸਰੇ ਨੰਬਰ ਦੇ ਉੱਤੇ 16% ਜੋ ਪੋਲਿੰਗ ਸਰਵੇ ਦੇ ਵਿੱਚ ਉਹਨਾਂ ਨੂੰ ਰਿਜ਼ਲਟ ਆਇਆ ਹੈ ਉਹ ਮਿਲ ਰਿਹਾ ਹੈ। ਸੋ ਪੋਲਿੰਗ ਸਰਵੇ ਦੇ ਵਿੱਚ ਆਏ ਇਹਨਾਂ ਰਿਜ਼ਲਟਸ ਦੇ ਅਨੁਸਾਰ ਡੋਨਲਡ ਟਰੰਪ ਨਿਊਯਾਰਕ ਦੇ ਵਿੱਚ ਕਾਫੀ ਭਾਰੀ ਜਿੱਤ ਹਾਸਲ ਕਰਦੇ ਨਜ਼ਰ ਆ ਰਹੇ ਹਨ। ਰਿਪਬਲਿਕਨ ਪਾਰਟੀ ਦੇ ਵਿੱਚ ਆਪਸ ਦੇ ਵਿੱਚ ਕਾਫੀ ਉਥਲ-ਪਥਲ ਚੱਲ ਰਹੀ ਹੈ ਅਤੇ ਰਿਪਬਲਿਕਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਡੋਨਲਡ ਟਰੰਪ ਦੇ ਵਿਚਕਾਰ ਵੀ ਕਾਫੀ ਜੋ ਤਣਾਅਪੂਰਨ ਮਾਹੌਲ ਹੈ ਉਹ ਬਣਿਆ ਹੋਇਆ ਹੈ। ਹਾਲਾਂਕਿ ਜੇ ਡੋਨਲਡ ਟਰੰਪ ਨਿਊਯਾਰਕ ਸਟੇਟ ਦੇ ਵਿੱਚ ਕਾਫੀ ਵੱਡੀ ਜਿੱਤ ਹਾਸਲ ਕਰਦੇ ਹਨ ਤਾਂ ਇੱਥੇ ਵਿਨਰ ਟੇਕ ਆਲ ਵਾਲਾ ਵੀ ਰੂਲ ਲਾਗੂ ਹੁੰਦਾ ਹੈ। ਜੇਕਰ ਡੋਨਲਡ ਟਰੰਪ 50% ਤੋਂ ਜ਼ਿਆਦਾ ਜੋ ਡੈਲੀਗੇਟਸ ਹੈ ਉਹ ਆਪਣੇ ਹੱਕ ਦੇ ਵਿੱਚ ਕਰ ਲੈਣ। ਨਿਊਯਾਰਕ ਸਟੇਟ ਦੇ ਵਿੱਚ ਰਿਪਬਲਿਕਨ ਪਾਰਟੀ ਦੇ 95 ਡੈਲੀਗੇਟਸ ਹਨ ਅਤੇ ਜੇਕਰ ਕੋਈ ਵੀ ਉਮੀਦਵਾਰ ਇਹ ਸਾਰੇ ਡੈਲੀਗੇਟਸ ਲੈ ਕੇ ਜਾਂਦਾ ਹੈ ਤਾਂ ਉਹ ਐਂਡ ਰਿਜ਼ਲਟ ਦੇ ਉੱਤੇ ਕਾਫੀ ਜੋ ਫਰਕ ਪਾਵੇਗਾ। ਜੇ ਟੋਟਲ ਗੱਲ ਕਰੀਏ ਤਾਂ ਡੋਨਲਡ ਟਰੰਪ ਦੇ ਕੋਲ ਇਸ ਟਾਈਮ 744 ਜੋ ਡੈਲੀਗੇਟਸ ਹਨ ਅਤੇ ਇਹਨਾਂ ਨੂੰ 500 ਡੈਲੀਗੇਟਸ ਦੇ ਸਮਰਥਨ ਦੀ ਹੋਰ ਲੋੜ ਹੈ ਨੋਮੀਨੇਸ਼ਨ ਹਾਸਿਲ ਕਰਨ ਦੇ ਲਈ। ਟੈਡ ਕਰੂਜ਼ ਦੂਸਰੇ ਨੰਬਰ ਦੇ ਉੱਤੇ 560 ਡੈਲੀਗੇਟ ਲੈ ਕੇ ਚੱਲ ਰਹੇ ਹਨ ਅਤੇ ਜੌਨ ਕੈਸੀਅਕ ਇਸ ਰੇਸ ਦੇ ਵਿੱਚ ਪਿਛੜਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਕੋਲ ਸਿਰਫ 144 ਡੈਲੀਗੇਟਸ ਹਨ। ਆંકੜਿਆਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜੌਨ ਕੈਸੀਅਕ ਦੀ ਜੋ ਰੇਸ ਹੈ ਉਹ ਲਗਭਗ ਖਤਮ ਹੋ ਚੁੱਕੀ ਹੈ, ਕਿਉਂਕਿ ਬਾਕੀ 838
ਜੋ ਡੈਲੀਗੇਟਸ ਉਹ ਅਵੇਲੇਬਲ ਹਨ ਅਤੇ ਜੇ ਉਹ ਸਾਰੇ ਵੀ ਉਹਨਾਂ ਨੂੰ ਮਿਲ ਜਾਣ ਤਾਂ ਵੀ ਜੌਨ ਕੈਸਿਕ 1237 ਡੈਲੀਗੇਟਸ ਦਾ ਜੋ ਆંકੜਾ ਹੈ ਨੋਮੀਨੇਸ਼ਨ ਜਿੱਤਣ ਦੇ ਲਈ ਉਸ ਦੇ ਤੱਕ ਪਹੁੰਚਦੇ ਨਜ਼ਰ ਨਹੀਂ ਆਉਂਦੇ। ਤੇ ਜੇ ਗੱਲ ਕਰੀਏ ਡੈਮੋਕ੍ਰੈਟਿਕ ਪਾਰਟੀ ਦੀ, ਇੱਥੇ ਹਿਲਰੀ ਕਲਿੰਟਨ 12% ਦੇ ਨਾਲ ਪੋਲਿੰਗ ਸਰਵੇ ਦੇ ਵਿੱਚ ਬਰਨੀ ਸੈਂਡਰਸ ਨੂੰ ਲੀਡ ਕਰ ਰਹੀ ਹੈ। ਡੈਮੋਕ੍ਰੈਟਿਕ ਪਾਰਟੀ ਦੇ ਵੀ 247 ਡੈਲੀਗੇਟਸ ਨਿਊਯਾਰਕ ਸਟੇਟ ਦੇ ਵਿੱਚ ਹਨ ਅਤੇ ਜੋ ਵੀ ਕੈਂਡੀਡੇਟ ਇਸ ਨੂੰ ਜਿੱਤੇਗਾ ਉਹ ਕਾਫੀ ਵੱਡਾ ਫਰਕ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵੀ ਪਾਵੇਗਾ, ਕਿਉਂਕਿ ਹਿਲਰੀ ਕਲਿੰਟਨ ਇਸ ਟਾਈਮ ਪਲੇਸਡ ਡੈਲੀਗੇਟਸ ਦੇ ਵਿੱਚ 1299 ਡੈਲੀਗੇਟਸ ਲੈ ਕੇ ਪਹਿਲੇ ਨੰਬਰ ਤੇ ਹਨ ਅਤੇ ਬਰਨੀ ਸੈਂਡਰਸ 1045 ਡੈਲੀਗੇਟਸ ਲੈ ਕੇ ਦੂਸਰੇ ਨੰਬਰ ਤੇ ਹਨ। ਪਿਛਲੀਆਂ ਸਟੇਟਸ ਦੇ ਵਿੱਚ ਮਿਲੀ ਲਗਾਤਾਰ ਜਿੱਤ ਦੇ ਕਾਰਨ ਬਰਨੀ ਸੈਂਡਰਸ ਨੂੰ ਵੀ ਕਾਫੀ ਉਮੀਦਾਂ ਹਨ ਕਿ ਉਹ ਇਸ ਸਟੇਟ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨਗੇ। ਰਾਸ਼ਟਰਪਤੀ ਬਰਾਕ ਓਬਾਮਾ ਦੇ ਇਮੀਗ੍ਰੇਸ਼ਨ ਪਲਾਨ ਦਾ ਜੋ ਕੇਸ ਚੱਲ ਰਿਹਾ ਹੈ ਉਸ ਦੀ ਸੁਣਵਾਈ ਕੱਲ ਸੁਪਰੀਮ ਕੋਰਟ ਦੇ ਵਿੱਚ ਹੋਵੇਗੀ। ਇਸ ਨੂੰ ਦੇਖਦੇ ਹੋਏ ਇਮੀਗ੍ਰੈਂਟਸ ਦੀ ਕਮਿਊਨਿਟੀ ਨੇ ਸੁਪਰੀਮ ਕੋਰਟ ਦੇ ਅੱਗੇ ਪ੍ਰਦਰਸ਼ਨ ਕੀਤਾ। ਸੁਪਰੀਮ ਕੋਰਟ ਦੀ ਕੌਂਸਲ ਜੋ ਕਿ 4 ਕੰਜ਼ਰਵੇਟਿਵ ਜੱਜ ਅਤੇ 4 ਲਿਬਰਲ ਜੱਜ ਦੇ ਵਿਚਕਾਰ ਡਿਵਾਈਡਡ ਹੈ, ਦੇਖਣਾ ਹੋਵੇਗਾ ਕਿ ਸੋਮਵਾਰ ਨੂੰ ਇਸ ਦੇ ਉੱਤੇ ਕੀ ਫੈਸਲਾ ਸੁਣਾਉਂਦੀ ਹੈ। ਇਮੀਗ੍ਰੇਸ਼ਨ ਨੂੰ ਲੈ ਕੇ ਦੋਨੇ ਹੀ ਪਾਰਟੀਆਂ ਦੇ ਜੋ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਹਨ ਉਹ ਅੱਡ-ਅੱਡ ਮਤ ਰੱਖਦੇ ਹਨ, ਜਿੱਥੇ ਕਿ ਰਿਪਬਲਿਕਨ ਪਾਰਟੀ ਦੇ ਟੌਪ ਕੰਟੈਂਡਰ ਡੋਨਲਡ ਟਰੰਪ ਅਮਰੀਕਾ ਦੇ ਵਿੱਚ 11 ਮਿਲੀਅਨ ਮੌਜੂਦ ਇਲੀਗਲ ਲੋਕਾਂ ਨੂੰ ਵਾਪਸ ਡਿਪੋਰਟ ਕਰਨ ਦੀ ਗੱਲ ਕਰਦੇ ਹਨ, ਉੱਥੇ ਹੀ ਡੈਮੋਕ੍ਰੈਟਿਕ ਪਾਰਟੀ ਉਹਨਾਂ ਨੂੰ ਲੀਗਲੀ ਅਡਾਪਟ ਕਰਨ ਦੇ ਹੱਕ ਦੇ ਵਿੱਚ ਹਾਮੀ ਭਰਦੀ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਲਗਭਗ 4 ਮਿਲੀਅਨ ਇਲੀਗਲ ਇਮੀਗ੍ਰੈਂਟਸ ਨੂੰ ਯੂਐਸ ਦਾ ਸਿਟੀਜ਼ਨ ਬਣਾਉਣ ਦਾ ਜੋ ਪਲਾਨ ਇੱਕ ਤਿਆਰ ਕੀਤਾ ਸੀ, ਜਿਸ ਦੇ ਵਿੱਚ ਜੋ 2010 ਤੋਂ ਬਿਨਾਂ ਕਿਸੇ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਯੂਐਸ ਦੇ ਵਿੱਚ ਰਹਿ ਰਹੇ ਹਨ ਅਤੇ ਜਿਨ੍ਹਾਂ ਦੇ ਬੱਚੇ ਯੂਐਸ ਦੇ ਸਿਟੀਜ਼ਨ ਹਨ ਉਹਨਾਂ ਨੂੰ ਯੂਐਸ ਦੇ ਵਿੱਚ ਲੀਗਲ ਕਰ ਦਿੱਤਾ ਜਾਵੇਗਾ। ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਪਲਾਨ ਨੂੰ ਡੈਫਰਡ ਐਕਸ਼ਨ ਫਾਰ ਪੇਰੈਂਟਸ ਆਫ ਅਮਰੀਕਨਸ ਐਂਡ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਦਾ ਨਾਮ ਦਿੱਤਾ ਗਿਆ ਸੀ, ਪਰ ਇਸ ਪਲਾਨ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਟੈਕਸਸ ਦੇ ਇੱਕ ਫੈਡਰਲ ਜੱਜ ਨੇ ਇਸ ਨੂੰ ਬਲੌਕ ਕਰ ਦਿੱਤਾ ਸੀ, ਜਦੋਂ ਟੈਕਸਸ ਦੀ ਰਿਪਬਲਿਕਨ ਗਵਰਨਮੈਂਟ ਨੇ ਇਸ ਪਲਾਨ ਦੇ ਖਿਲਾਫ ਕੋਰਟ ਦੇ ਵਿੱਚ ਅਪੀਲ ਕੀਤੀ ਸੀ। ਇਸ ਤੋਂ ਬਾਅਦ ਨਿਊ ਔਰਲੀਨਜ਼ ਦੇ ਵਿੱਚ 5th ਯੂਐਸ ਸਰਕਿਟ ਕੋਰਟ ਨੇ ਵੀ ਟੈਕਸਸ ਦੇ ਉਸ ਕੋਰਟ ਦੇ ਫੈਸਲੇ ਨੂੰ ਜਾਰੀ ਰੱਖਿਆ ਸੀ। ਇਸ ਤੋਂ ਬਾਅਦ ਇਹ ਸੁਣਵਾਈ ਹੁਣ ਸੁਪਰੀਮ ਕੋਰਟ ਦੇ ਵਿੱਚ ਆ ਗਈ ਹੈ ਤੇ ਸੋਮਵਾਰ ਨੂੰ ਇਸ ਦੇ ਉੱਤੇ ਸੁਣਵਾਈ ਸ਼ੁਰੂ ਹੋਵੇਗੀ। ਇਸ ਦਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਜੂਨ ਦੇ ਅਖੀਰ ਤੱਕ ਆਉਣ ਦੀ ਉਮੀਦ ਹੈ। ਰਸ਼ੀਅਨ ਪਲੇਨਸ ਨੇ ਇੱਕ ਵਾਰ ਫਿਰ ਬਾਲਟਿਕ ਸੀ ਦੇ ਵਿੱਚ ਯੂਐਸ ਦੇ ਸਰਵੇਲੈਂਸ ਪਲੇਨਸ ਨੂੰ ਇੰਟਰਸੈਪਟ ਕੀਤਾ ਹੈ। ਇੱਕ ਹਫ਼ਤੇ ਦੇ ਵਿੱਚ ਹੋਈ ਇਸ ਲਗਾਤਾਰ ਦੂਸਰੀ ਘਟਨਾ ਦੇ ਕਾਰਨ ਯੂਐਸ ਅਤੇ ਰਸ਼ੀਆ ਦੇ ਸਬੰਧ ਹੋਰ ਖਰਾਬ ਹੁੰਦੇ ਜੋ ਅਸਾਰ ਨਜ਼ਰ ਆ ਰਹੇ ਹਨ। ਅਮਰੀਕਨ ਆਫੀਸ਼ੀਅਲਸ ਨੇ ਇਸ ਘਟਨਾ ਨੂੰ ਬਿਲਕੁਲ ਹੀ ਅਨਸੇਫ ਅਤੇ ਅਨਪ੍ਰੋਫੈਸ਼ਨਲ ਕਰਾਰ ਦਿੱਤਾ ਹੈ ਅਤੇ ਉਧਰ ਹੀ ਰਸ਼ੀਅਨ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਇੱਕ ਅਨਆਇਡੈਂਟੀਫਾਈਡ ਟਾਰਗੇਟ ਹਾਈ ਸਪੀਡ ਦੇ ਉੱਤੇ ਬਾਰਡਰ ਦੇ ਵੱਲ ਆਉਂਦਾ ਦੇਖਿਆ ਤਾਂ ਇਸ ਕਰਕੇ ਉਹਨਾਂ ਨੇ ਅਜਿਹਾ ਕੀਤਾ ਅਤੇ ਰਸ਼ੀਅਨ ਮਿਲਟਰੀ ਆਫੀਸ਼ੀਅਲਸ ਨੇ ਵਾਪਸ ਅਮਰੀਕਨ ਆਫੀਸ਼ੀਅਲ ਦੇ ਉੱਤੇ ਹੀ ਇਲਜ਼ਾਮ ਲਾਇਆ ਅਤੇ ਕਿਹਾ ਕਿ ਉਹ ਉਹਨਾਂ ਦੇ ਬਾਰਡਰ ਦੇ ਨਜ਼ਦੀਕ ਸਰਵੇਲੈਂਸ ਕਰ ਰਹੇ ਸਨ। ਉਧਰ ਹੀ ਅਮਰੀਕਨ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਇੱਕ ਰਸ਼ੀਅਨ ਜੈਟ ਯੂਐਸ 에ਅਰਫੋਰਸ ਦੇ ਪਲੇਨ ਦੇ ਬਿਲਕੁਲ 50 ਫੁੱਟ ਦੀ ਦੂਰੀ ਦੇ ਉੱਤੇ ਆ ਗਿਆ ਸੀ। ਲੈਫਟੀਨੈਂਟ ਕਰਨਲ ਡੇਵਿਡ ਵੈਸਟ ਓਵਰ ਜੋ ਕਿ ਯੂਰਪੀਅਨ ਕਮਾਂਡ ਦੇ ਸਪੋਕਸਮੈਨ ਹਨ, ਉਹਨਾਂ ਦਾ ਕਹਿਣਾ ਹੈ ਕਿ ਜਦੋਂ RC-135 ਇੱਕ ਆਪਣੀ ਰੂਟੀਨ ਉਡਾਨ ਦੇ ਦੌਰਾਨ ਇੰਟਰਨੈਸ਼ਨਲ 에ਅਰ ਸਪੇਸ ਦੇ ਵਿੱਚ ਸੀ ਤਾਂ ਰਸ਼ੀਅਨ ਪਲੇਨ ਨੇ ਜਾਣਬੁੱਝ ਕੇ ਉਹਨਾਂ ਦਾ ਰਾਹ ਰੋਕਿਆ। ਜੇਕਰ ਰਸ਼ੀਆ ਅਤੇ ਅਮਰੀਕਾ ਡਿਪਲੋਮੈਟਿਕ ਤਰੀਕੇ ਦੇ ਨਾਲ ਇਹ ਵਿਵਾਦ ਨਹੀਂ ਸੁਲਝਾਉਂਦੇ ਤਾਂ ਇਸ ਨੂੰ ਲੈ ਕੇ ਦੋਨਾਂ ਦੇਸ਼ਾਂ ਦੇ ਵਿੱਚ ਸਬੰਧ ਹੋਰ ਜ਼ਿਆਦਾ ਵਿਗੜ ਸਕਦੇ ਹਨ। ਈਸਟ ਸੈਨੋਜ਼ੇ ਦੇ ਵਿੱਚ ਕੱਲ ਸ਼ਾਮ ਇੱਕ ਡਰਾਈਵ ਬਾਈ ਸ਼ੂਟਿੰਗ ਦੇ ਵਿੱਚ ਇੱਕ ਵਿਅਕਤੀ ਦੀ ਇਹ ਸ਼ੂਟਿੰਗ ਕੱਲ ਸ਼ਾਮ ਨੂੰ 6:50 ਤੇ ਲਾਈਨਡੇਲ ਐਵਨਿਊ ਦੇ ਕੋਲ ਸਟੋਰੀ ਰੋਡ ਅਤੇ ਸਾਊਥ ਵਾਈਟ ਰੋਡ ਦੇ ਕੋਲ ਹੋਈ। ਇਸ ਘਟਨਾ ਦੇ ਵਿੱਚ ਇੱਕ 19 ਸਾਲਾਂ ਦੇ ਨੌਜਵਾਨ ਨੂੰ ਗੋਲੀ ਵੱਜੀ, ਜਿਸ ਨੂੰ ਫੌਰਨ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ ਹਸਪੀਟਲ ਤੋਂ ਆਈ ਖਬਰ ਦੇ ਮੁਤਾਬਿਕ ਦੇਰ ਰਾਤ ਉਸ ਨੌਜਵਾਨ ਦੀ ਮੌਤ ਹੋ ਗਈ। ਸੈਨੋਜ਼ੇ ਪੁਲਿਸ ਦੇ ਮੁਤਾਬਿਕ 2016 ਦੇ ਵਿੱਚ ਸਿਟੀ ਦੇ ਵਿੱਚ ਹੋਣ ਵਾਲੀ ਇਹ ਹੋਮਿਸਾਈਡ ਦੀ 12ਵੀਂ ਘਟਨਾ ਹੈ। ਪੁਲਿਸ ਨੇ ਦੱਸਿਆ ਕਿ ਹਜੇ ਤੱਕ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਕਿਹਾ ਹੈ ਕਿ ਕੋਈ ਵੀ ਇਸ ਘਟਨਾ ਦੇ ਬਾਰੇ ਜੇਕਰ ਕੋਈ ਜਾਣਕਾਰੀ ਰੱਖਦਾ ਹੈ ਤਾਂ ਉਹ 408 277 52 83 ਦੇ ਉੱਤੇ ਕਾਲ ਕਰਕੇ ਡਿਟੈਕਟਿਵਜ਼ ਨੂੰ ਕੋਈ ਵੀ ਜਾਣਕਾਰੀ ਦੇ ਸਕਦਾ ਹੈ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਾਂਗੇ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨੋਦੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 99 ਡਿਗਰੀ ਅਤੇ ਲੋ ਟੈਂਪਰੇਚਰ 57 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸਟਾਕਟਨ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟ੍ਰੇਸੀ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਮੋਡੈਸਟੋ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਟਰਕੀ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸਿਐਟਲ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਨਿਊਯਾਰਕ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 37 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਅਤੇ ਪੈਰਿਸ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਹੁਣ ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਮਿਲੇਗੀ ਜੀ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫੇਰ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।